प्यारे विद्यार्थियों, मेरे वालों सारे विद्यार्थियों नूं जय हिंद। असी पंजाबी पैडागोजी जो सीरीज़ शुरू की हुई है जिस से कि 6 भाग पूरे हो चुके हैं। अज असी तुहाडे नाल 7वां भाग साझा करन जा रहे हाँ। तुसी इस पाठ नूं ध्यान दे नाल समझना। इस विच जो है रिमैडियल कोचिंग ਜਾਂ ਰਿਮੈਡੀਅਲ ਟੀਚਿੰਗ की गल की गई है। इस नूं ध्यान नाल विद्यार्थी देखण। इस विच डायग्नोस्टिक टीचिंग भी है। इस विच डायग्नोस्टिक टीचिंग की भी गल की गई है। विद्यार्थी इस नूं बड़े ध्यान नाल देखण। PS टैट सी टैट विच आम तौर पर इस चैप्टर दे विचों प्रश्न देखण नूं मिल जाता है। हुण असीं शुरू करते हैं। उपचारिक सिੱਖਿਆ ਲਈ अध्यापक का निरीखण किहो जिहा होना चाहिए है। विद्यार्थी ध्यान देन। पहला महत्वपूर्ण जो पॉइंट है रिमीडियल कोचिंग बारे वो विद्यार्थी ध्यान दे नाल समझन। जो उपचारिक सिੱਖਿਆ का जो मीनिंग है उसनूं रिमीडियल टीचिंग आखदे हन। उसनूं की आखदे हन विद्यार्थी ध्यान देन। उसनूं रिमीडियल टीचिंग आखदे हन। रिमीडियल टीचिंग उसनूं विद्यार्थी रिमीडियल टीचिंग कहा जाता है। रिमीडियल टीचिंग दे विच की हुंदा है विद्यार्थी देखण। उपचारिक सिੱਖਿਆ एक धीरज ते लगन वाला कार्य है। उपचारिक सिੱਖਿਆ की है? उपचारिक सिੱਖਿਆ एक धीरज ते लगन वाला कार्य है। भाषा संबंधी दोष एकदम नहीं सुधारे जा सकते। जदों अध्यापक अध्यापन करवावे तो उसनूं सुचेत ते क्रियाशील रहना चाहिए। ਜਦੋਂ कोई अध्यापक टीच करवा रहा है उसनूं हमेशा ही सुचेत ਅਤੇ क्रियाशील रहना चाहिए है। अध्यापक ਨੂੰ ਚਾਹੀਦਾ है कि वह विद्यार्थी ਦੇ ਵਿੱਚ भाषा संबंधी ਪਹਿਲਾਂ ਜਿਹੜੀਆਂ ਕਮੀਆਂ ਨੂੰ दूर करे। विद्यार्थी ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤਿਆਰ करे। भाषा संबंधी जो दोष ਹਨ ਉਹ ਰੱਬ ਵਿੱਚ ਉਸ ਨੂੰ ਸਮਝ ਲਵੇ। देखो विद्यार्थियों, ਜਦੋਂ ਅਸੀਂ ਟੀਚਿੰਗ ਵਿੱਚ ਅਸੈਸਮੈਂਟ ਕਰਦੇ ਹਾਂ, ਜਦੋਂ ਅਸੀਂ ਟੀਚਿੰਗ ਦੇ ਵਿੱਚ ਅਸੈਸਮੈਂਟ ਕਰਦੇ ਹਾਂ, ਟੀਚਿੰਗ ਦੇ ਵਿੱਚ ਕੀ ਹੁੰਦਾ ਹੈ ਜਦੋਂ ਅਸੀਂ ਅਸੈਸਮੈਂਟ ਕਰਦੇ ਹਾਂ ਵਿਦਿਆਰਥੀ ਦੇਖਣ ਉਸ ਵਕਤ ਕੀ ਹੁੰਦਾ ਟੀਚਿੰਗ ਦੇ ਵਿੱਚ ਅਸੈਸਮੈਂਟ ਜਦੋਂ ਅਸੀਂ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਬੱਚੇ ਨੂੰ ਜੋ ਅਸੀਂ ਪੜ੍ਹਾਇਆ ਸੀ ਕਿਹੜਾ ਆਉਂਦਾ ਹੈ ਤੇ ਕਿਹੜੀਆਂ ਚੀਜ਼ਾਂ ਸਿੱਖਣ ਦੇ ਵਿੱਚ ਦਿੱਕਤ ਆ ਰਹੀ ਹੈ। ਭਾਵ ਬੱਚੇ ਨੂੰ ਟੀਚਿੰਗ ਲਰਨਿੰਗ ਪ੍ਰੋਸੈਸ ਭਾਵ ਬੱਚੇ ਨੂੰ ਜੋ ਟੀਚਿੰਗ ਲਰਨਿੰਗ ਪ੍ਰੋਸੈਸ ਹੈ टीचिंग लर्निंग जो प्रोसैस है लर्निंग जो असी पढ़ाया है टीचिंग लर्निंग प्रोसैस का मतलब है जो असी पढ़ाया है बच्चे नूं कित्थे कमी आ रही है, बच्चे नूं उस विच की समस्या आ रही है, किहड़ी समस्या का सामना करना पै रहा है। मतलब असी टीच करवाया बच्चे नूं किन्ना कुछ समझ आया, उस विच जो गैप रह गया मतलब कि जो उसनूं समझ नहीं आउंदा उसका पता लगाउण लई असी डायग्नोस्टिक टीचिंग जिसनूं निदान सिੱਖਿਆ की वरतों करते हाँ। मतलब कि जिहड़ा डायग्नोस्टिक है डायग्नोस्टिक डिग्नोस्टिक जिहड़ा हुंदा इहनूं बोली गया तकशीशी। इसनूं तकशीशी पंजाबी दे विच बोलदे हैं। जिहड़ी डिग्नोस्टिक जिहड़ी सिੱਖਿਆ है देखो रिमैडियल जिहड़ी टीचिंग तो पहला डायग्नोस्टिक दे विच असीं कमियां देखदे हां विद्यार्थी दे विच ਕਿਹੜੀਆਂ ਹੈਗੇ ਨੇ। ਅਸੀਂ ਜਾਣੀ ਕਿ ਜਿਹੜਾ ਡਿਗਨੋਸਟਿਕ ਟੀਚਿੰਗ ਤੇ ਜਾਂਦੇ ਹਾਂ ਤੇ ਫਿਰ ਅਸੀਂ ਉਹਦਾ ਜਿਹੜਾ ਉਪਚਾਰ ਰਿਮੈਡੀਅਲ ਟੀਚਿੰਗ ਦੇ ਵਿੱਚ ਅਸੀਂ ਉਪਚਾਰ ਕਰਦੇ ਹਾਂ। ਇਸ ਵਿੱਚ ਅਸੀਂ ਬੱਚੇ ਦੀਆਂ ਜਿਹੜੀਆਂ ਐਕਸਟਰਾ ਕਲਾਸਾਂ ਜਿਹੜੇ ਰਿਮੈਡੀਅਲ ਟੀਚਿੰਗ ਹੁੰਦੀ ਹੈ ਉਪਚਾਰਿਕ ਜਿਹੜੀ ਸਿੱਖਿਆ ਹੈ ਜਿਹੜੀ ਗੱਲ ਅਸੀਂ ਉਪਚਾਰਿਕ ਸਿੱਖਿਆ ਕਰ ਰਹੇ ਹਾਂ ਬੱਚੇ ਦੀਆਂ ਐਕਸਟਰਾ ਕਲਾਸਾਂ ਲਗਾਉਂਦੇ ਹਾਂ। ਜਾਂ ਅਸੀਂ ਕਲਾਸ ਦੇ ਵਿੱਚ ਜੋ ਬੱਚਿਆਂ ਦਾ ਗੈਪ ਰਹਿ ਗਿਆ ਅਸੀਂ ਉਸ ਨੂੰ ਕੋਈ ਹੋਰ ਉਸ ਦਾ ਜਿਹੜਾ ਹੈਗਾ ਪ੍ਰਬੰਧ ਕਰਕੇ ਬੱਚੇ ਦੀ ਜਿਹੜੀਆਂ ਕਮੀਆਂ ਨੇ ਅਸੀਂ ਉਸ ਨੂੰ ਗੈਪ ਨੂੰ ਦੂਰ ਕਰਦੇ ਹਾਂ। ਇਸ ਤਰ੍ਹਾਂ ਹੁਣ ਦੇਖਣ ਵਿਦਿਆਰਥੀ ਜੋ ਨਿਦਾਨਾਤਮਕ ਜੋ ਡਾਇਗਨੋਸਟਿਕ ਹੈ ਜੋ ਡਾਇਗਨੋਸਟਿਕ ਜਿਹੜੀ ਹੈਗੀ ਆ ਉਸ ਦਾ ਕੰਮ ਹੈ ਡਾਇਗਨੋਸਟਿਕ
ਡਿਗਨੋਸਟਿਕ ਜਿਹੜੀ ਟੀਚਿੰਗ ਹੈ ਇਸ ਦੇ ਵਿੱਚ ਕੀ ਹੁੰਦਾ ਹੈ, ਕਮੀਆਂ ਲੱਭੀਆਂ ਜਾਂਦੀਆਂ ਨੇ, ਕਿਹੜੀਆਂ ਬੱਚੇ ਵਿੱਚ ਕਮੀਆਂ ਨੇ, ਤੇ ਰਿਮੀਡੀਅਲ ਕਮੀ ਜਿਹੜੀ ਹੁੰਦੀ ਹੈ ਟੀਚਿੰਗ, ਜਿਹੜੀ ਰਿਮੀਡੀਅਲ ਟੀਚਿੰਗ ਹੁੰਦੀ ਹੈ ਇਸ ਵਿੱਚ ਉਹ ਕਮੀਆਂ ਨੂੰ ਦੂਰ ਕੀਤਾ ਜਾਂਦਾ ਹੈ। ਮੈਂ ਵਿਦਿਆਰਥੀ ਨੇ ਜੇਕਰ ਇਹ ਮੇਰਾ ਇੰਨੀਆਂ ਕੁ ਜਿਹੜੀਆਂ ਗੱਲਾਂ ਨੂੰ ਸਿੱਖਿਆ ਸੁਣਿਆ ਹੈ ਤਾਂ ਵਿਦਿਆਰਥੀ ਸਾਰੇ ਪ੍ਰਸ਼ਨਾਂ ਦਾ ਬੜਾ ਹੀ ਸਪਸ਼ਟੀਕਰਨ ਉੱਤਰ ਦੇ ਸਕਣਗੇ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ 1 ਜੋ ਕਿ ਪਹਿਲਾ ਸ਼ੁਰੂ ਹੈ। ਉਪਚਾਰਿਕ ਸਿੱਖਿਆ ਲਈ ਅਧਿਆਪਕ ਦਾ ਨਿਰੀਖਣ ਕਿਹੋ ਜਿਹਾ ਹੋਣਾ ਚਾਹੀਦਾ। ਉਪਚਾਰਿਕ ਦਾ ਮਤਲਬ ਫਿਰ ਰਿਮੀਡੀਅਲ ਟੀਚਿੰਗ। ਅਧਿਆਪਕ ਕਿਸ ਤਰ੍ਹਾਂ ਨਿਰੀਖਣ, ਜਿਹੋ ਜਿਹਾ ਮਰਜ਼ੀ ਹੋਣਾ ਚਾਹੀਦਾ ਹੈ, ਸੁਚੇਤ ਹੋਣਾ ਚਾਹੀਦਾ ਹੈ, ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਸੁਚੇਤ ਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਕਿਹੜਾ ਹੋਣਾ ਚਾਹੀਦਾ ਹੈ? ਸੁਚੇਤ ਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਇਸ ਕਰਕੇ ਸੱਸਾ ਆਪਸ਼ਨ ਜੋ ਕਿ ਸਹੀ ਹੈ। ਅੱਗੇ ਨੈਕਸਟ ਪ੍ਰਸ਼ਨ ਤੇ ਵਿਦਿਆਰਥੀ ਉਪਚਾਰਿਕ ਸਿੱਖਿਆ ਇੱਕ ਜਿਹੜਾ ਹੈਗਾ ਧੀਰਜ ਤੇ ਲਗਨ ਵਾਲਾ ਕਾਰਜ ਹੈ ਕਿਉਂਕਿ ਭਾਸ਼ਾ ਸੰਬੰਧੀ ਸਾਰੇ ਦੋਸ਼ ਇੱਕਦਮ ਨਹੀਂ ਸੁਧਾਰੇ ਜਾ ਸਕਦੇ। ਤੇਜ਼ੀ ਕਰਨ ਨਾਲ ਬੱਚਾ ਉਲਝਣ ਦਾ ਸ਼ਿਕਾਰ ਹੋ ਜਾਂਦਾ ਹੈ। ਤੇਜ਼ੀ ਕਰਨ ਨਾਲ ਬੱਚੇ ਚਿੜਚਿੜਾਏ ਸੁਭਾਅ ਦੇ ਹੋ ਜਾਂਦੇ ਹਨ। ਤੇਜ਼ੀ ਕਰਨ ਨਾਲ ਬੱਚੇ ਵਿੱਚ ਹੀਨ ਭਾਵਨਾ ਪੈਦਾ ਹੋ ਜਾਂਦੀ ਹੈ। ਉਪਚਾਰਿਕ ਸਿੱਖਿਆ ਇੱਕ ਧੀਰਜ ਤੇ ਲੱਗਣ ਵਾਲਾ ਕਾਰਜ ਹੈ ਕਿਉਂਕਿ ਭਾਸ਼ਾ ਸੰਬੰਧੀ ਸਾਰੇ ਦੋਸ਼ ਵਿਦਿਆਰਥੀਓ ਇੱਕਦਮ ਨਹੀਂ ਸੁਧਾਰੇ ਜਾ ਸਕਦੇ। ਊੜਾ ਜੋ ਕਿ ਸਹੀ ਹੈ। ਤਾਂ ਕਹਿੰਦੇ ਨੇ ਹੌਲੀ ਹੌਲੀ ਟਾਈਮ ਲੱਗ ਜਾਂਦਾ ਜੋ ਭਾਸ਼ਾ ਦੇ ਦੋਸ਼ ਹੁੰਦੇ ਹਨ। ਇਸ ਕਰਕੇ ਆਰਾਮ ਦੇ ਨਾਲ ਜਿਹੜੇ ਹੈਗੇ ਹੌਲੀ ਹੌਲੀ, ਕਿਉਂਕਿ ਜਿਹੜਾ ਧੀਰਜ ਤੇ ਲੱਗਣ ਵਾਲਾ ਕਾਰਜ ਤਾਂ ਹੈ ਕਿਉਂਕਿ ਇੱਕਦਮ ਸੁਧਾਰੇ ਨਹੀਂ ਜਾ ਸਕਦੇ, ਜੋ ਕਿ ਊੜਾ ਸਹੀ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਉਪਚਾਰਿਕ ਸਿੱਖਿਆ ਤੋਂ ਪਹਿਲਾਂ ਬੱਚੇ ਦੇ ਦੋਸ਼ ਜਾਂ ਤਰੁੱਟੀਆਂ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ? ਪ੍ਰੀਖਿਆ ਲੈ ਕੇ, ਨਿਰੀਖਣ ਕਰਕੇ, ਤਖਸ਼ੀਸ਼ੀ ਡਾਇਗਨੋਸਟਿਕ ਜਿਹਨੂੰ ਕਿਹਾ ਜਾਂਦਾ ਹੈ। ਉਪਰੋਕਤ ਕੋਈ ਨਹੀਂ। ਵਿਦਿਆਰਥੀਓ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਡਾਇਗਨੋਸਟਿਕ ਸ਼ਬਦ ਹੈ ਬੜਾ ਹੀ ਮਸ਼ਹੂਰ ਹੈ, ਜੋ ਈੜੀ ਤੇ ਦਿੱਤਾ ਹੋਇਆ ਹੈ। ਬਹੁਤ ਹੀ ਮਸ਼ਹੂਰ ਇਹ ਸ਼ਬਦ ਹੈ। ਇਸ ਸ਼ਬਦ ਨੂੰ ਜਿਹੜਾ ਤੁਸੀਂ ਯਾਦ ਕਰਨਾ ਹੈ, ਰਿਮੀਡੀਅਲ ਟੀਚਿੰਗ ਤੇ ਡਾਇਗਨੋਸਟਿਕ ਜਿਹੜਾ ਜ਼ਿਆਦਾਤਰ ਸ਼ਬਦ ਤੁਸੀਂ ਯਾਦ ਰੱਖਣਾ ਹੈ। ਪਹਿਲਾਂ ਡਾਇਗਨੋਸਟਿਕ ਕਮੀਆਂ ਬੱਚੇ ਦੀਆਂ ਲੱਭਦਾ ਹੈ ਤੇ ਰਿਮੀਡੀਅਲ ਉਸ ਦਾ ਉਪਚਾਰ ਕਰਦੀ ਹੈ। ਜਿਸ ਕਾਰਨ ਜਿਹੜਾ ਤਖਤੀਸ਼ੀ ਹੈ ਇਹਨੂੰ ਡਾਇਗਨੋਸਟਿਕ ਕਿਹਾ ਜਾਂਦਾ ਹੈ, ਜੋ ਕਿ ਇੱਥੇ ਈਡੀ ਸਹੀ ਹੈ। ਉਪਚਾਰਿਕ ਸਿੱਖਿਆ ਤੋਂ ਪਹਿਲਾਂ ਬੱਚਾ ਡਾਇਗਨੋਸਟਿਕ ਦੇ ਵਿੱਚ ਹੁੰਦਾ ਹੈ। ਅੱਗੇ ਅਸੀਂ ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਉਪਚਾਰਿਕ ਸਿੱਖਿਆ ਭਾਸ਼ਾ ਸਿੱਖਿਆ ਦੀਆਂ ਕਿਹੜੀਆਂ ਤਰੁੱਟੀਆਂ ਨੂੰ ਦੂਰ ਕਰਦੀ ਹੈ ਜੋ ਕਿ ਅਧਿਆਪਕ ਨੋਟ ਨਹੀਂ ਕਰਦਾ? ਸਾਡੀ ਸਧਾਰਨ ਪ੍ਰਣਾਲੀ ਪ੍ਰੀਖਿਆ ਪ੍ਰਣਾਲੀ ਤੋਂ ਬਾਹਰ ਦੀਆਂ ਵਸਤੂਆਂ ਹਨ। ਬੱਚੇ ਤੋਂ ਸਹਿਜ ਸੁਭਾਅ ਹੋ ਜਾਂਦੀਆਂ ਹਨ। ਮਾਪਿਆਂ ਦੀ ਨਜ਼ਰ ਨਹੀਂ ਪੈਂਦੀ। ਉਪਚਾਰਿਕ ਸਿੱਖਿਆ ਭਾਸ਼ਾ ਸਿੱਖਿਆ ਦੀਆਂ ਕਿਹੜੀਆਂ ਤਰੁੱਟੀਆਂ ਨੂੰ ਦੂਰ ਕਰਦੀ ਹੈ ਜੋ ਕਿ ਸਾਡੀ ਸਧਾਰਨ ਪ੍ਰੀਖਿਆ ਪ੍ਰਣਾਲੀ ਤੋਂ ਬਾਹਰ ਦੀਆਂ ਵਸਤੂਆਂ ਹਨ? ਐੜਾ ਜੋ ਕਿ ਸਹੀ ਹੈ। ਨੈਕਸਟ ਪ੍ਰਸ਼ਨ ਤੇ ਵਿਦਿਆਰਥੀ ਆਉਂਦੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਮੁਲਾਂਕਣ ਦਾ ਖੇਤਰ ਵਿਸ਼ਾਲ ਹੈ। ਇਹ ਤਾਂ ਹੈ ਹੀ ਹੈ, ਠੀਕ ਹੈ। ਪ੍ਰੀਖਿਆ ਵਿੱਚ ਬੱਚੇ ਨੂੰ ਜਮਾਤ ਦੇ ਅੱਗੇ ਪੱਧਰ ਵੱਲ ਲੈ ਜਾਣਾ ਹੁੰਦਾ ਹੈ, ਇਹ ਵੀ ਠੀਕ ਹੈ, ਤਾਂ ਹੀ ਪ੍ਰੀਖਿਆ ਹੁੰਦੀ ਹੈ। ਪ੍ਰੀਖਿਆ ਵਿੱਚ ਵਿਦਿਆਰਥੀ ਦੇ ਹਰੇਕ ਪੱਖ ਦੀ ਜਾਂਚ ਕੀਤੀ ਜਾਂਦੀ ਹੈ। ਉਪਰੋਕਤ ਸਾਰੇ ਗਲਤ ਨੇ ਵਿਦਿਆਰਥੀਓ। ਪ੍ਰੀਖਿਆ ਸਾਰੇ ਪੱਖਾਂ ਦੇ ਵਿਦਿਆਰਥੀਆਂ ਦੀ ਜਾਂਚ ਨਹੀਂ ਕਰਦੀ, ਇਹ ਗਲਤ ਹੈ। ਸੋ ਜਿਹੜਾ ਹੈਗਾ ਇਸ ਪ੍ਰਸ਼ਨ ਦਾ ਈਡੀ ਉੱਤਰ ਸਹੀ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਭਾਸ਼ਾ ਸਿੱਖਣ ਉਪਚਾਰਿਕ ਸਿੱਖਿਆ ਦੀ ਲੋੜ ਕਿਹੜੇ ਭਾਸ਼ਾ ਕੌਸ਼ਲਾਂ ਵਿੱਚ ਪੈਂਦੀ ਹੈ? ਵਾਚਨ ਵਿੱਚ, ਲਿਖਣ ਵਿੱਚ, ਉਚਾਰਨ ਵਿੱਚ। ਉਪਰੋਕਤ ਸਾਰੇ ਕੌਸ਼ਲਾਂ ਦੇ ਵਿੱਚ ਇਸ ਦੀ ਲੋੜ ਪੈਂਦੀ ਹੈ, ਜੋ ਕਿ ਸੱਸਾ ਸਹੀ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ।
ਕਿਹੜੀ ਵਿਆਕਰਨ ਵਿੱਚ ਸਿਧਾਂਤਾਂ, ਨਿਯਮਾਂ ਜਾਂ ਸੰਰਚਨਾਵਾਂ ਨੂੰ ਰੱਟਾ ਲਗਾ ਕੇ ਯਾਦ ਕਰਵਾਇਆ ਜਾਂਦਾ ਹੈ? ਸਿਧਾਂਤਕ ਵਿਆਕਰਨ, ਵਿਵਹਾਰਿਕ ਵਿਆਕਰਨ, ਪ੍ਰਸ਼ੰਸਕ ਵਿਆਕਰਨ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਵਿਦਿਆਰਥੀ ਜਦੋਂ ਸਿਧਾਂਤਾਂ ਦੀ ਗੱਲ ਹੈ ਤਾਂ ਸਿਧਾਂਤਕ ਹੀ ਵਿਆਕਰਨ ਹੋਵੇਗਾ। ਸੁਭਾਵਿਕ ਉੱਤਰ ਸਹੀ ਹੈ ਜੋ ਕਿ ਊੜਾ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਕਿਰਿਆਤਮਕ ਅਨੁਸੰਧਾਨ ਉਪਚਾਰਕ ਸਿੱਖਿਆ ਵਿੱਚ ਕੀ ਸਹਾਇਤਾ ਕਰਦਾ ਹੈ? ਊੜੇ ਦੇ ਵਿੱਚ ਦੱਸਿਆ ਹੈ ਇਸ ਦੁਆਰਾ ਅਧਿਆਪਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਵਿਗਿਆਨਿਕ ਢੰਗ ਨਾਲ ਅਧਿਐਨ ਕੀਤਾ ਜਾਂਦਾ ਹੈ ਤੇ ਫਿਰ ਹੱਲ ਲੱਭਿਆ ਜਾਂਦਾ ਹੈ। ਬਿਲਕੁਲ ਸਹੀ ਹੈ। ਜਦੋਂ ਬੱਚੇ ਕੋਈ ਕਿਰਿਆ ਕਰ ਰਹੇ ਹੋਣ ਤਾਂ ਉਹਨਾਂ ਦੇ ਭਾਸ਼ਾ ਦੋਸ਼ ਨੋਟ ਕੀਤੇ ਜਾਂਦੇ ਹਨ। ਅਧਿਆਪਕ ਤੇ ਬੱਚੇ ਸਕੂਲ ਤੋਂ ਬਾਹਰ ਅਨੁਸੰਧਾਨ ਕਰਨ ਜਾਂਦੇ ਹਨ। ਬੱਚੇ ਆਪ ਇੱਕ ਦੂਜੇ ਦੇ ਭਾਸ਼ਾ ਦੋਸ਼ ਲੱਭਦੇ ਹਨ ਤੇ ਉਹਨਾਂ ਨੂੰ ਦੂਰ ਕਰਦੇ ਹਨ। ਵਿਦਿਆਰਥੀ ਦੇਖਣ ਜੋ ਪਹਿਲਾ ਕਿਰਿਆਤਮਕ ਕਿਰਿਆ ਦੁਆਰਾ ਜਿਹੜਾ ਅਨੁਸੰਧਾਨ ਹੁੰਦਾ ਹੈ ਉਹ ਊੜਾ ਜੋ ਕਿ ਸਹੀ ਹੈ। ਨੈਕਸਟ ਪ੍ਰਸ਼ਨ ਤੇ ਵਿਦਿਆਰਥੀ ਆਉਂਦੇ ਹਨ। ਦੈਨਿਕ ਯੋਜਨਾ ਵਿੱਚ ਕਿਹੜਾ ਤੱਤ ਸ਼ਾਮਲ ਨਹੀਂ? ਦੈਨਿਕ ਯੋਜਨਾ ਹੁੰਦੀ ਜੋ ਅਸੀਂ ਹਰ ਰੋਜ਼ ਪਲਾਨ ਕਰਦੇ ਹਾਂ, ਸਕੂਲ ਜਾਂਦੇ ਹਾਂ, ਹਰ ਰੋਜ਼ ਪਲਾਨ ਕਰਦੇ ਹਾਂ। ਦੇਖੋ ਸੰਖੇਪ ਪਾਠ ਯੋਜਨਾ ਇਹ ਤਾਂ ਅਸੀਂ ਬਣਾਵਾਂਗੇ ਹੀ, ਸੂਖਮ ਪਾਠ ਯੋਜਨਾ ਛੋਟੀ ਇਹ ਵੀ ਬਣਾਵਾਂਗੇ, ਦੀਰਘ ਪਾਠ ਯੋਜਨਾ ਲੰਬੀ ਇਹ ਵੀ ਬਣਾਵਾਂਗੇ। ਜੋ ਵਾਰਸ਼ਿਕ ਪਾਠ ਯੋਜਨਾ ਹੈ ਇਹ ਤੱਤ ਸ਼ਾਮਲ ਨਹੀਂ। ਇਸ ਤਰ੍ਹਾਂ ਇਸ ਪ੍ਰਸ਼ਨ ਦਾ ਜੋ ਉੱਤਰ ਊੜਾ ਸਹੀ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਉਪਚਾਰਿਕ ਸਿੱਖਿਆ ਦਾ ਅਰਥ ਹੈ ਕਮਜ਼ੋਰ ਵਿਦਿਆਰਥੀਆਂ ਦੇ ਅਧਿਆਪਨ ਲਿਖਣ ਦੇ ਦੋਸ਼ਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ। ਜੋ ਕਿ ਵਿਦਿਆਰਥੀਓ ਪਹਿਲਾਂ ਹੀ ਅੱਗੇ ਲਿਖਿਆ ਬੱਚੇ ਨੂੰ ਸਿਹਤਮੰਦ ਬਣਾਉਣਾ, ਛੁੱਟੀ ਤੋਂ ਪਿੱਛੋਂ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣਾ, ਉਪਰੋਕਤ ਸਾਰੇ ਗਲਤ ਹੈ ਜੋ ਕਿ ਊੜਾ ਸਹੀ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਹੁਣ ਉਹ ਤਖਸ਼ੀਸ਼ੀ ਡਾਇਗਨੋਸਟਿਕ। ਤਖਸ਼ੀਸ਼ੀ ਸਿੱਖਿਆ ਦੀ ਲੋੜ ਭਾਸ਼ਾ ਦੇ ਕਿਹੜੇ ਕੌਸ਼ਲਾਂ ਵਿੱਚ ਪੈਂਦੀ ਹੈ? ਪੜ੍ਹਨ ਨਾਲ ਸੰਬੰਧਿਤ ਅਸ਼ੁੱਧੀਆਂ ਲਈ, ਵਿਆਕਰਨ ਨਾਲ ਸੰਬੰਧਿਤ ਅਸ਼ੁੱਧੀਆਂ ਲਈ, ਵਾਕਾਂ ਨਾਲ ਸੰਬੰਧਿਤ ਅਸ਼ੁੱਧੀਆਂ ਲਈ, ਉਪਰੋਕਤ ਸਾਰੀਆਂ ਕਿਸਮਾਂ ਦੀਆਂ ਅਸ਼ੁੱਧੀਆਂ ਲਈ। ਇਸ ਕਰਕੇ ਸਾਰਿਆਂ ਦੀ ਜਿਹੜੀ ਤਖਸ਼ੀਸ਼ੀ ਹੀ ਸਾਰਿਆਂ ਦੇ ਵਿੱਚ ਇਸ ਦੀ ਲੋੜ ਹੈ ਜੋ ਕਿ ਸੱਚਾ ਸਹੀ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਤਖਸ਼ੀਸ਼ੀ ਸਿੱਖਿਆ ਲਈ ਨਿਰੀਖਣ, ਪ੍ਰੀਖਣ, ਇੰਟਰਵਿਊ ਆਦਿ ਤੋਂ ਬਿਨਾਂ ਕਿਹੜੀ ਆਧੁਨਿਕ ਕਿਸਮ ਦੀ ਵਿਧੀ ਅਪਣਾਈ ਜਾਂਦੀ ਹੈ? ਕਹਿੰਦੇ ਨਿਰੀਖਣ ਵਿਧੀ, ਇਹ ਤਾਂ ਪਹਿਲਾਂ ਵੀ ਹੈ। ਆਪਸੀ ਗੱਲਬਾਤ, ਪ੍ਰੀਖਿਆਵਾਂ, ਯਾਂਤਰਿਕ ਉਪਕਰਨ ਵਿਧੀ ਅਪਣਾਈ ਜਾਂਦੀ ਹੈ। ਇਸ ਬਾਰੇ ਅਸੀਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ। ਅਸੀਂ ਜਲਦੀ ਲੈ ਕੇ ਜਿਹੜੀ ਯਾਂਤਰਿਕ ਉਪਕਰਨ ਵਿਧੀ ਤੇ ਆਵਾਂਗੇ। ਇਸ ਜਿਹੜਾ ਪ੍ਰਸ਼ਨ ਦਾ ਉੱਤਰ ਸੱਚਾ ਸਹੀ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਸਿੱਖਿਆ ਦਾ ਸਰਵੋਤਮ ਸਾਧਨ ਕਿਹੜਾ ਹੈ? ਸਿੱਖਿਆ ਦੀ ਗੱਲ ਕੀਤੀ ਗਈ ਹੈ। ਜੇ ਸਿੱਖਿਆ ਦਾ ਸਰਵੋਤਮ ਸਾਧਨ ਕਿਹੜਾ ਹੈ ਜੋ ਅਸੀਂ ਸਿੱਖਣਾ ਹੈ ਤਾਂ ਲਿਪੀ, ਭਾਸ਼ਾ, ਰੇਡੀਓ, ਟੈਲੀਵਿਜ਼ਨ। ਇਸ ਵਿੱਚ ਕਿਹੜਾ ਹੈ? ਭਾਸ਼ਾ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਰਾਸ਼ਟਰ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਕਿਹੜਾ ਹੈ? ਰਾਸ਼ਟਰ ਦੀ ਗੱਲ ਕੀਤੀ ਗਈ ਹੈ, ਦੇਸ਼ ਦੀ ਗੱਲ ਕੀਤੀ ਗਈ ਹੈ। ਊੜਾ ਦੋਸ਼ ਦਾ ਵਿਕਾਸ ਕਰਨਾ, ਐੜਾ ਲੋਕਾਂ ਨੂੰ ਸਿੱਖਿਅਕ ਬਣਾਉਣਾ, ਈੜੀ ਰਾਸ਼ਟਰੀ ਏਕਤਾ ਪੈਦਾ ਕਰਨਾ, ਸਾਰੇ ਧਰਮਾਂ ਦੇ ਵਿੱਚ ਏਕਤਾ ਲਿਆਉਣੀ। ਹੁਣ ਰਾਸ਼ਟਰ ਦੀ ਗੱਲ ਕੀਤੀ ਗਈ ਤਾਂ ਸੁਭਾਵਿਕ ਹੈ ਰਾਸ਼ਟਰੀ ਏਕਤਾ ਪੈਦਾ ਕਰਨਾ ਜਿਹੜਾ ਸਭ ਤੋਂ ਵੱਡਾ ਭਾਸ਼ਾ ਦਾ ਕਾਰਜ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਸੁਲੇਖ ਦੀ ਜਾਂਚ ਕਿਹੜੀ ਭਾਸ਼ਾ ਪ੍ਰੀਖਿਆ ਵਿਧੀ ਦੁਆਰਾ ਕੀਤੀ ਜਾਂਦੀ ਹੈ? ਦੇਖੋ ਬੋਲ ਲਿਖਤ, ਮੌਖਿਕ ਪ੍ਰੀਖਿਆ, ਵਾਚਨ ਪ੍ਰੀਖਿਆ। ਇਹਨਾਂ ਵਿੱਚੋਂ ਕੋਈ ਨਹੀਂ। ਬੋਲ ਤੇ ਲਿਖਤ ਦੇ ਵਿੱਚ ਦੋਨੇ ਆ ਜਾਂਦਾ ਹੈ, ਦੋਵੇਂ ਆ ਜਾਂਦਾ ਹੈ। ਮੌਖਿਕ ਵੀ ਆ ਜਾਂਦਾ ਹੈ ਤੇ ਬੋਲ ਵੀ ਆ ਜਾਂਦਾ, ਜਿਸ ਕਰਕੇ ਊੜਾ ਸਹੀ ਹੈ। ਨੈਕਸਟ ਪ੍ਰਸ਼ਨ ਤੇ ਆਉਂਦੇ ਹਾਂ। ਅਧਿਆਪਨ ਸਿੱਖਿਆ ਪ੍ਰਣਾਲੀ ਦਾ ਮਹੱਤਵਪੂਰਨ ਤੱਤ ਕਿਹੜਾ ਹੈ? ਅਧਿਆਪਨ, ਜਦੋਂ ਅਧਿਆਪਨ ਇੱਕ ਹੈ ਊੜੇ ਦੇ ਵਿੱਚ ਪੁਸਤਕਾਂ, ਐੜੇ ਦੇ ਵਿੱਚ ਪਾਠਕ੍ਰਮ, ਈੜੀ ਦੇ ਵਿੱਚ ਵਿਦਿਆਰਥੀ ਤੇ ਸੱਸੇ ਵਿੱਚ ਪ੍ਰਕਿਰਿਆਵਾਂ। ਦੇਖੋ ਵਿਦਿਆਰਥੀਓ
ਹੈ ਤਾਂ ਸਾਰੇ ਮਹੱਤਵਪੂਰਨ ਤੱਤ, ਪਰ ਇਸ ਦੇ ਵਿੱਚ ਲੱਗ ਜੇ ਤਾਂ ਉਪਰੋਕਤ ਸਾਰੇ ਲਿਖਿਆ ਹੁੰਦਾ ਫਿਰ ਤਾਂ ਚੱਲ ਜਾਣਾ ਸੀ। ਹੁਣ ਇਸ ਵਿੱਚ ਵਿਦਿਆਰਥੀ ਤੋਂ ਬਿਨਾਂ ਨਾ ਤਾਂ ਪੁਸਤਕਾਂ ਦਾ ਕੰਮ ਹੈ, ਨਾ ਪਾਠਕ੍ਰਮ ਦਾ ਕੰਮ ਹੈ, ਨਾ ਹੀ ਪ੍ਰਕਿਰਿਆਵਾਂ ਲੈ ਸਕਦੇ ਹਾਂ। ਸੋ ਇੱਥੇ ਈਡੀ ਜੋ ਕਿ ਸਹੀ ਹੈ। ਨੈਕਸਟ ਪ੍ਰਸ਼ਨ 'ਤੇ ਆਉਂਦੇ ਹਾਂ। ਵਿਦਿਆਰਥੀ ਦੇ ਵਿਆਕਰਨਿਕ ਗਿਆਨ ਦੇ ਮੁਲਾਂਕਣ ਲਈ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ? ਵਿਆਕਰਨ ਦੇ ਵਸਤੂਨਿਸ਼ਟ ਵਿਧੀ, ਵਿਆਕਰਨ ਦੇ ਵੱਡੇ ਪ੍ਰਸ਼ਨ ਲਈ ਨਿਬੰਧਿਕ ਪ੍ਰਸ਼ਨ ਵਿਧੀ, ਛੋਟੇ ਪ੍ਰਸ਼ਨਾਂ ਲਈ ਲਘੂ ਉੱਤਰਾਤਮਿਕ ਪ੍ਰਸ਼ਨ ਵਿਧੀ, ਉਪਰੋਕਤ ਸਾਰਿਆਂ 'ਚ ਹੀ ਹੈ। ਸੱਸਾ ਜੋ ਕਿ ਸਹੀ ਹੈ। ਨੈਕਸਟ ਪ੍ਰਸ਼ਨ 'ਤੇ ਆਉਂਦੇ ਹਾਂ। ਵਾਚਨ ਸਿੱਖਿਆ ਦਾ ਉਦੇਸ਼। ਵਾਚਨ ਸਿੱਖਿਆ ਦਾ ਉਦੇਸ਼ ਕੀ ਹੈ? ਪੜ੍ਹਨ ਦੇ ਕੌਸ਼ਲ, ਬੋਲਣ ਦੇ ਕੌਸ਼ਲ, ਲਿਖਣ ਦੇ ਕੌਸ਼ਲ, ਉਪਰੋਕਤ ਸਾਰੇ। ਜਿਹੜਾ ਵਾਚਨ ਸਿੱਖਿਆ ਦੇ ਵਿੱਚ ਉੱਪਰ ਸਾਰੇ ਕੌਸ਼ਲਾਂ ਦਾ ਜਿਹੜਾ ਹੈਗਾ ਉਪਰੋਕਤ ਸਾਰੇ ਕੌਸ਼ਲ। ਇਹ ਥੋੜ੍ਹਾ ਡਾਊਟ ਹੈ, ਪ੍ਰੈਸ਼ਨਸ ਅਸੀਂ ਕਲੀਅਰ ਕਰ ਦਿਆਂਗੇ ਵਿਦਿਆਰਥੀਓ। ਵਾਚਨ ਸਿੱਖਿਆ ਦਾ ਉਦੇਸ਼ ਹੈ ਪੜ੍ਹਨ ਦੇ ਕੌਸ਼ਲ, ਬੋਲਣ ਦੇ ਕੌਸ਼ਲ, ਲਿਖਣ ਦੇ ਕੌਸ਼ਲ। ਅਸਲ ਵਿੱਚ ਵਾਚਨ ਸਿੱਖਿਆ ਉਪਰੋਕਤ ਸਾਰੇ ਪੜ੍ਹਨ ਦੇ ਕੌਸ਼ਲ ਹੋ ਸਕਦਾ ਹੈਗਾ। ਦੇਖ ਕੇ ਤੁਹਾਨੂੰ ਦੱਸ ਦਿਆਂਗੇ, ਕਲੀਅਰ ਕਰ ਦਿਆਂਗੇ। ਪ੍ਰਸ਼ਨ ਦਾ ਕੋਈ ਪਤਾ ਨਹੀਂ ਲੱਗ ਰਿਹਾ। ਨੈਕਸਟ ਪ੍ਰਸ਼ਨ 'ਤੇ ਆਉਂਦੇ ਹਾਂ। ਲਿਖਣ ਦੀ ਸੁੰਦਰਤਾ, ਬੋਧ ਜਿਵੇਂ ਛੰਦ, ਅਲਕਾਰ, ਸ਼ੈਲੀ ਆਦਿ ਦਾ ਮੁਲਾਂਕਣ ਕਿਵੇਂ ਹੋ ਸਕਦਾ ਹੈ? ਦੇਖੋ, ਲਿਖਤ ਪ੍ਰਕਿਰਿਆਵਾਂ ਦੁਆਰਾ, ਵਸਤੂਨਿਸ਼ਟ ਪ੍ਰਕਿਰਿਆਵਾਂ ਦੁਆਰਾ, ਨਿਬੰਧਨਾਤਮਿਕ ਪ੍ਰਕਿਰਿਆਵਾਂ ਦੁਆਰਾ, ਵਸਤੂਨਿਸ਼ਟ ਅਤੇ ਨਿਬੰਧਨਾਤਮਿਕ ਪ੍ਰਕਿਰਿਆਵਾਂ ਦੇ ਦੁਆਰਾ। ਸੱਸਾ ਜੋ ਕਿ ਸਹੀ ਹੈ। ਜੋ ਲਿਖਣ ਦੀ ਸੁੰਦਰਤਾ, ਬੋਧ ਜਿਵੇਂ ਛੰਦ ਹੈ, ਅਲਕਾਰ ਹੈ, ਠੀਕ ਹੈ ਨਾ। ਸੱਸਾ ਜੋ ਕਿ ਸਹੀ ਹੈ। ਨੈਕਸਟ ਪ੍ਰਸ਼ਨ 'ਤੇ ਆਉਂਦੇ ਹਾਂ। ਵਿਆਕਰਨ ਦੇ ਨਿਯਮਾਂ ਦਾ ਗਿਆਨ ਇੰਨਾ ਜ਼ਰੂਰੀ ਨਹੀਂ ਜਿੰਨਾ ਉਹਨਾਂ ਨਿਯਮਾਂ ਦਾ ਅਭਿਆਸ ਅਤੇ ਪ੍ਰਯੋਗ ਵਿੱਚ ਲਿਆਉਣਾ ਜ਼ਰੂਰੀ ਹੈ, ਕਿਉਂਕਿ ਨਿਯਮ ਭਾਸ਼ਾ ਦੀ ਬੋਲਚਾਲ ਵਿੱਚ ਰੁਕਾਵਟ ਪੈਦਾ ਕਰਦੇ ਹਨ। ਨਿਯਮ ਵਿਅਕਤੀ ਦੇ ਸਵੈ ਪ੍ਰਗਟਾਵੇ ਵਿੱਚ ਰੁਕਾਵਟ ਪੈਦਾ ਕਰਦੇ ਹਨ। ਨਿਯਮਾਂ ਨੂੰ ਜਾਣਨ ਵਾਲੇ ਵੀ ਅਭਿਆਸ ਦੀ ਕਮੀ ਕਾਰਨ ਭਾਸ਼ਾ ਨੂੰ ਅਸ਼ੁੱਧ ਬੋਲਦੇ ਅਤੇ ਲਿਖਦੇ ਹਨ। ਬਿਲਕੁਲ ਸਹੀ ਹੈ। ਦੇਖੋ, ਜਿੰਨਾ ਅਸੀਂ ਅਭਿਆਸ ਕਰਾਂਗੇ ਓਨਾ ਹੀ ਨਿਯਮਾਂ ਦਾ ਸਾਨੂੰ ਜਿਹੜਾ ਹੈਗਾ ਪਤਾ ਲੱਗੇਗਾ। ਜੇਕਰ ਅਸੀਂ ਨਿਯਮ ਯਾਦ ਕਰ ਲਈਏ, ਅਭਿਆਸ ਨਾ ਕਰੀਏ ਤਾਂ ਸਾਡਾ ਉਸ ਨਿਯਮਾਂ ਨੂੰ ਸਿੱਖਣ ਦਾ ਕੋਈ ਫਾਇਦਾ ਨਹੀਂ। ਸੋ ਈਡੀ ਜੋ ਕਿ ਸਹੀ ਹੈ। ਨੈਕਸਟ ਪ੍ਰਸ਼ਨ 'ਤੇ ਆਉਂਦੇ ਹਾਂ। ਬੱਚੇ ਦੇ ਭਾਸ਼ਾ ਸੰਬੰਧੀ ਅੰਦਰੂਨੀ ਮੁਲਾਂਕਣ ਲਈ ਕਿਹੜੇ ਮੁਲਾਂਕਣ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ? ਘਰ ਦਾ ਕੰਮ, ਰੋਜ਼ਾਨਾ ਕਾਰਜ। ਘਰ ਦਾ ਕੰਮ ਅਤੇ ਰੋਜ਼ਾਨਾ ਕਾਰਜ। ਦੇਖੋ, ਜਦੋਂ ਉੱਪਰ ਵਾਲੇ ਦੋਨੇ ਇਸ ਵਿੱਚ ਆ ਗਿਆ ਹੈ ਅਤੇ ਘਰ ਦਾ ਕੰਮ ਅਤੇ ਰੋਜ਼ਾਨਾ ਕਾਰਜ ਜਿਹੜਾ ਅੰਦਰੂਨੀ ਜਿਹੜੀ ਬੱਚੇ ਦਾ ਦੇਖਣਾ ਹੁੰਦਾ ਹੈ ਵੀ ਉਹ ਕਿਵੇਂ ਕਰ ਰਿਹਾ ਕੰਮ। ਸੋ ਈਡੀ ਸਹੀ ਹੈ। ਨੈਕਸਟ ਪ੍ਰਸ਼ਨ 'ਤੇ ਆਉਂਦੇ ਹਾਂ।